ਸਾਹਿਬ ਜੀ ਗੁਰਮੁਖ ਸੱਚੇ ਭਾਮਦੇ, ਦਰ ਸੱਚੇ ਸਚਿਆਰ। ਸਾਜਣ ਮਨ ਆਨੰਦ ਹੈ, ਗੁਰ ਕਾ ਸ਼ਬਦ ਵਿਚਾਰ। ਅੰਤਰ ਸ਼ਬਦ ਵਸਾਇਆ, ਦੁਖ ਕਟਿਆ ਚਾਨਣ ਕੀਆ ਕਰਤਾਰ। ਨਾਨਕ ਰਖਣ ਹਾਰਾ ਰਖਸੀ, ਆਪਣੀ ਕਿਰਪਾ ਧਾਰ। ਨਾਨਕ ਰਖਣ ਹਾਰਾ ਰਖਸੀ, ਆਪਣੀ ਕਿਰਪਾ ਧਾਰ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸ਼ਬਦ ਗੁਰੂ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਪਿਆਰੇ ਸਤਸੰਗੀ ਜਨੋ, ਵਡਭਾਗੇ ਹਾਂ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਗੁਰੂ ਦੀ ਗੋਦ ਵਿੱਚ ਬੈਠ ਕੇ ਬਤੀਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀਓ ਨੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੀ ਬਾਣੀ ਪਾਠ ਨਿਤਨੇਮ ਦੀਆਂ ਬਾਣੀਆਂ ਸਰਵਣ ਕੀਤੀਆਂ ਨੇ। ਆਓ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਅਕਥ ਕਥਾ ਗੁਰ ਸ਼ਬਦ ਵਿਚਾਰ ਦੇ ਨਾਲ ਸਾਰੇ ਜਣੇ ਜੁੜਨ ਦਾ ਯਤਨ ਕਰੀਏ ਜੀ। ਅੱਜ ਦਾ ਜੋ ਪਾਵਨ ਸ਼ਬਦ ਹੈ, ਆਪ ਜੀਓ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਿਆ ਹੈ। ਇਹ ਸ਼ਬਦ ਤੀਸਰੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਆਪ ਜੀਓ ਨੇ ਸਰਵਣ ਕੀਤਾ ਹੈ। ਆਓ ਰਲ ਮਿਲ ਕੇ ਇਹ ਸ਼ਬਦ ਦੀ ਵਿਚਾਰ ਕਰਨ ਦਾ ਆਪਾਂ ਯਤਨ ਕਰੀਏ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਗੁਰਮੁਖ ਸੱਚੇ ਭਾਮਦੇ, ਦਰ ਸੱਚੇ ਸਚਿਆਰ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਨੇ। ਗੁਰਮੁਖ, ਗੁਰ ਪਲਸ ਮੁਖ। ਗੁਰਮੁਖ ਸ਼ਬਦ ਆਪਾਂ ਜਦੋਂ ਵਰਤਦੇ ਆ ਨਾ, ਗੁਰਮੁਖ ਪਿਆਰਿਓ, ਉਹਦਾ ਮਤਲਬ ਇਹ ਹੈ ਕਿ ਗੁਰੂ ਵੱਲੇ ਜੀ ਦਾ ਮੁਖ ਹੋਵੇ। ਗੁਰਮੁਖ। ਆਪਾਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਮਨ ਮੁਖ, ਗੁਰਮੁਖ। ਜਿਹੜਾ ਮਨ ਦੀ ਮੰਨਣ ਵਾਲਾ, ਕੱਲਾ ਮਨ ਮਰਜ਼ੀ ਕਰਦਾ ਹੋਵੇ ਤੇ ਆਪਾਂ ਕਈ ਵਾਰੀ ਸ਼ਬਦ ਵਰਦੇ ਮਨਮੁਖ ਜਿਹਾ ਬੰਦਾ ਕਹਿ ਦਿੰਦੇ ਹਾਂ ਨਾ। ਆਪਾਂ ਇਹ ਸ਼ਬਦ ਵਰਤਦੇ ਹਾਂ ਵੀ ਇਹ ਬੰਦਾ ਮਨਮੁਖ ਜਿਹਾ ਹੀ ਆ ਬਈ, ਇਹ ਕਿਸੇ ਦੀ ਨਹੀਂ ਮੰਨਦਾ ਮੁੰਨਦਾ, ਇਹ ਆਪਣੇ ਮਨ ਦੀ ਮਰਜ਼ੀ ਕਰਦਾ, ਇਹ ਮਨਮੁਖ ਜਿਹਾ ਹੀ ਆ ਬੰਦਾ। ਮਨ ਦੀ ਮੰਨਣ ਵਾਲਾ ਮਨਮੁਖ, ਗੁਰੂ ਦੀ ਮੰਨਣ ਵਾਲਾ ਬੰਦਾ ਗੁਰਮੁਖ। ਆਪਾਂ ਕਈ ਵਾਰੀ
ਪਦਵੀਆਂ ਦੇ ਦਿੰਦੇ ਆ ਵੱਡੀਆਂ ਵੱਡੀਆਂ। ਬੜਾ ਗੁਰਮੁਖ ਬੰਦਾ ਜੀ, ਬੜਾ ਗੁਰਮੁਖ, ਪਰ ਗੁਰਮੁਖ ਹੁੰਦਾ ਨਹੀਂ ਹੈ। ਭਾਵੇਂ ਸਿਰੇ ਦਾ ਨਸ਼ੇੜੀ ਹੋਵੇ, ਨਸ਼ਾ ਕਰਦਾ ਹੋਵੇ, ਦਾਰੂ ਪੀਂਦਾ ਹੋਵੇ, ਵਕਾਰੀ ਹੋਵੇ, ਝੂਠ ਬੋਲਦਾ ਹੋਵੇ, ਠੱਗ ਹੋਵੇ, ਕਹਿ ਦਿੰਦੇ ਆਪਾਂ ਬੜਾ ਵੱਡਾ ਗੁਰਮੁਖ ਬੰਦਾ ਵੀ ਗੁਰਮੁਖ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੇ ਸੱਜਣ ਠੱਗ ਕੋਲੇ ਗਏ ਤਾਂ ਉਹਨੂੰ ਠੱਗ ਹੀ ਕਿਹਾ। ਜੇ ਬਾਬਰ ਕੋਲੇ ਗਏ ਨੇ, ਭਾਵੇਂ ਉਸ ਸਮੇਂ ਦਾ ਰਾਜਾ ਬਾਦਸ਼ਾਹ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਬਾਬੇ ਨਾਨਕ ਦੇ ਵੇਲੇ ਦਾ ਬਾਬਰ ਬਾਦਸ਼ਾਹ ਸੀ। ਪਰ ਪਾਤਸ਼ਾਹ ਨੇ ਉਹਨੂੰ ਵੀ ਜਾ ਕੇ ਬਾਬਰ ਨੂੰ ਜਾਬਰੀ ਕਿਹਾ। ਇਹ ਨਹੀਂ ਵੀ ਉਹਦੀ ਚਾਪਲੂਸੀ ਕੀਤੀ ਪਾਤਸ਼ਾਹ ਨੇ। ਤੇ ਜਿਹੜਾ ਚਾਪਲੂਸੀ ਕਰਨ ਵਾਲਾ ਸੀ, ਪਾਤਸ਼ਾਹ ਨੇ ਕਿਹਾ ਇਹ ਦੁਸ਼ਟ ਹੈ, ਮੇਰੇ ਮੱਥੇ ਨਾ ਲੱਗੇ। ਰਾਮ ਰਾਏ ਦਾ ਜੀਵਨ ਪੜ੍ਹਿਆ ਤੁਸੀਂ, ਬੜੀ ਵਾਰ ਸੁਣਿਆ ਹੋਵੇਗਾ। ਗੁਰੂ ਦਾ ਪੁੱਤਰ ਪਾਤਸ਼ਾਹ ਕਹਿਣ ਲੱਗੇ ਇਹ ਚਾਪਲੂਸੀ ਰਾਜੇ ਨੂੰ ਖੁਸ਼ ਕਰਨ ਵਾਸਤੇ ਪੰਗਤੀ ਦਾ ਹੇਰ ਫੇਰ ਕਰ ਗਿਆ, ਸਾਡੇ ਮੱਥੇ ਨਾ ਲੱਗੇ, ਦੁਸ਼ਟ ਆਏ। ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਹੈ ਨਾ, ਗੁਰੂ ਦੀ ਮੰਨਣ ਵਾਲਾ, ਗੁਰੂ ਦੇ ਹੁਕਮਾਂ ਅਨੁਸਾਰ ਆਪਣਾ ਜੀਵਨ ਜਿਉਣ ਵਾਲਾ, ਉਹਨੂੰ ਪਾਤਸ਼ਾਹ ਨੇ ਗੁਰਮੁਖ ਕਿਹਾ। ਗੁਰਮੁਖ ਪਿਆਰਿਓ, ਉਹ ਗੁਰਮੁਖ ਹੈ। ਤਾਂ ਮੇਰੇ ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ, ਗੁਰਮੁਖ ਸੱਚੇ ਭਾਮਦੇ ਦਰ ਸੱਚੇ ਸਚਿਆਰ। ਸਤਿਗੁਰੂ ਦੇ ਸਨਮੁਖ ਰਹਿਣ ਵਾਲੇ, ਭਾਵ ਗੁਰੂ ਦੇ ਮੰਨਣ ਵਾਲੇ, ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਨੇ, ਮਾਲਕ ਨੂੰ ਉਹ ਬੜੇ ਚੰਗੇ ਲੱਗਦੇ ਨੇ। ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਆ ਨਾ, ਜਿਹੜੇ ਉਹਦੇ ਭਾਣੇ ਵਿੱਚ ਚੱਲਦੇ ਨੇ, ਜਿਨ੍ਹਾਂ ਦਾ ਉਸ ਮਾਲਕ ਵੱਲੇ ਮੁਖ ਹੈ, ਉਹਨੂੰ ਬੜੇ ਚੰਗੇ ਲੱਗਦੇ ਨੇ, ਬੜੇ ਚੰਗੇ ਲੱਗਦੇ ਨੇ। ਇੱਥੇ ਤਾਂ ਗੁਰਮੁਖ ਪਿਆਰਿਓ ਸਰੀਰ ਦੇ ਦੁਫਾੜ ਕਰਨੇ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, 3 ਸਿੱਖ। ਭਾਈ ਮਤੀ ਦਾਸ ਨੂੰ ਪੁੱਛਿਆ ਗਿਆ, ਦੱਸ ਭਾਈ ਆਖਰੀ ਖਵਾਇਸ਼ ਦੱਸ ਕੀ ਹੈ। ਅੱਜ ਵੀ ਕਿਸੇ ਨੂੰ ਫਾਂਸੀ ਚਾੜਨਾ ਹੋਵੇ ਤਾਂ ਉਹਨੂੰ ਆਖਰੀ ਖਵਾਇਸ਼ ਪੁੱਛੀ ਜਾਂਦੀ ਹੈ, ਦੱਸ। ਕਹਿਣ ਲੱਗੇ ਸਾਡੀ ਇੱਕ ਮਨ ਅੰਦਰ ਖਵਾਇਸ਼ ਹੈ। ਕਿਹੜੀ ਹੈ? ਕਹਿੰਦੇ ਜਦੋਂ ਸਰੀਰ ਦੇ ਦੁਫਾੜ ਕਰਨੇ ਆ ਨਾ, ਸਰੀਰ ਸਾਡਾ ਚੀਰਨਾ ਤੁਸੀਂ, ਸਾਡਾ ਜਿਹੜਾ ਮੁੱਖ ਹੈ ਗੁਰੂ ਵੱਲੇ ਹੋਣਾ ਚਾਹੀਦਾ ਸਾਡਾ, ਬਸ ਇਹੀ ਖਵਾਇਸ਼ ਹੈ। ਭਾਈ ਦਿਆਲਾ ਜੀ ਨੂੰ ਪੁੱਛਿਆ ਗਿਆ, ਕਹਿੰਦਾ ਉਬਾਲ ਦਿਓ ਦੇਗ ਦੇ ਵਿੱਚ, ਕੋਈ ਗੱਲ ਨਹੀਂ, ਇਹ ਸਰੀਰ ਤੇ ਕੱਚਾ ਭਾਂਡਾ ਅੱਜ ਨਹੀਂ ਤੇ ਕੱਲ ਨੂੰ ਟੁੱਟਣਾ ਹੀ ਆ, ਸਰੀਰ ਤੇ ਤਿਆਗਣਾ ਹੀ ਹੈ। ਸਰੀਰ ਨਾਲ ਕੋਈ ਮੋਹ ਨਹੀਂ ਹੈ, ਕੋਈ ਪਿਆਰ ਨਹੀਂ ਹੈ, ਪਰ ਉਬਾਲਦੇ ਸਮੇਂ ਜਿਹੜਾ ਮੇਰਾ ਮੁੱਖ ਹੈ, ਮੇਰਾ ਗੁਰੂ ਵੱਲੇ ਹੋਣਾ ਚਾਹੀਦਾ। ਗੁਰੂ ਸਾਹਿਬ ਨੂੰ ਪਿੰਜਰੇ 'ਚ ਬੰਦ ਕੀਤਾ ਸੀ, ਤਿੰਨਾਂ ਨੂੰ ਵੱਖਰੀਆਂ ਵੱਖਰੀਆਂ ਸਜ਼ਾਵਾਂ ਦਿੱਤੀਆਂ ਗਈਆਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਪਰ ਆਖਰੀ ਸਵਾਸਾਂ ਤੱਕ ਆਪਣਾ ਮੂੰਹ ਜਿਹੜਾ ਸੀ ਗੁਰੂ ਵਾਲੇ ਪਾਸੇ ਰੱਖਿਆ। ਅੱਜ ਗੁਰਮੁਖ ਪਿਆਰਿਓ, ਆਪਾਂ ਆਪਣੇ ਵੱਲ ਵੀ ਝਾਤੀ ਮਾਰ ਲਈਏ ਕਿਤੇ। ਪਦਵੀ ਅਸੀਂ ਸਾਰੇ ਲੈਣਾ ਚਾਹੁੰਦੇ, ਮੈਂ ਵੀ ਕਹਿਣਾ ਮੈਨੂੰ ਕੋਈ ਮਨਮੁਖ ਨਾ ਕਹਿ ਦੇ, ਮੈਨੂੰ ਗੁਰਮੁਖ ਹੀ ਕਵੇ। ਪਰ ਗੁਰਮੁਖਾਂ ਵਾਲੇ ਗੁਣ ਵੀ ਤੇ ਹੋਣ ਨਾ, ਕਿ ਗੁਰੂ ਵਾਲੇ ਸਾਡਾ ਮੁੱਖ ਹੈਗਾ ਭਲਾ, ਕਿ ਪੈਸੇ ਨਾਲ ਅਸੀਂ ਗੁਰਮੁਖ ਬਣ ਜਾਵਾਂਗੇ। ਕਵਾ ਸਕਦੇ ਹਾਂ ਆਪਾਂ, ਜਿਹਦੇ ਕੋ ਮਰਜ਼ੀ ਕਵਾ ਦਿਓ, ਮੇਰੇ ਕੋ ਕਵਾ ਦਿਓ, ਵੱਡੇ ਵੱਡੇ ਪ੍ਰਚਾਰਕ ਕੋਲੋਂ ਕਵਾ ਦਿਓ ਵੀ ਗੁਰਮੁਖ ਕਹਿ ਭਾਈ, ਸਾਨੂੰ ਕਹਿ ਦੇਣਾ। ਪਰ ਗੁਰੂ ਦੀ ਨਜ਼ਰ ਵਿੱਚ, ਗੁਰੂ ਦੀ ਨਜ਼ਰ ਵਿੱਚ ਗੁਰਮੁਖ ਬਣਨਾ, ਉਹਦੇ ਹੁਕਮਾਂ ਨੂੰ ਮੰਨਣ ਵਾਲਾ ਹੀ ਗੁਰਮੁਖ ਬਣ ਸਕਦਾ। ਤੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਨਾ,
ਜਿਹਦਾ ਗੁਰੂ ਵੱਲੇ ਮੁਖ ਹੈ ਉਹ ਉਸ ਮਾਲਕ ਨੂੰ ਬੜਾ ਸੋਹਣਾ ਲੱਗਦਾ ਏ, ਬੜਾ ਚੰਗਾ ਲੱਗਦਾ ਏ। ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੱਚੇ ਦੇ ਵਪਾਰੀ ਸਮਝੇ ਜਾਂਦੇ ਨੇ। ਜਦੋਂ ਉਸ ਦਰਗਾਹ ਦੇ ਵਿੱਚ ਪਹੁੰਚਦੇ ਆ ਨਾ, ਉਹਦੇ ਵਪਾਰੀ ਸਮਝੇ ਜਾਂਦੇ ਨੇ ਉਹ ਜਿਨ੍ਹਾਂ ਦਾ ਗੁਰੂ ਵੱਲੇ ਮੁਖ ਹੈ। ਸਾਜਨ ਮਨ ਆਨੰਦ ਹੈ, ਗੁਰ ਕਾ ਸ਼ਬਦ ਵਿਚਾਰ। ਧਿਆਨ ਦੇਣਾ ਗੁਰਮੁਖ ਪਿਆਰਿਓ, ਬਾਣੀ ਪੜ੍ਹਨੀ ਬੜੀ ਜ਼ਰੂਰੀ ਹੈ। ਬਾਣੀ 3 ਦਿਨਾਂ ਨਾਲ ਪੜ੍ਹੀ ਜਾਂਦੀ ਹੈ ਗੁਰਮੁਖ ਪਿਆਰਿਓ। ਇੱਕ ਤਾਂ ਜਿਵੇਂ ਆਪਾਂ ਖੰਡ ਪਾਠ ਕਰਦੇ ਹਾਂ ਲਗਾਤਾਰ ਹੀ, ਦੂਸਰਾ ਸਹਿਜ ਪਾਠ, ਸਹਿਜੇ ਸਹਿਜੇ ਪੜ੍ਹਨਾ, ਸਮਝਣਾ ਨਹੀਂ ਹੈ, ਸਹਿਜੇ ਸਹਿਜੇ ਪੜ੍ਹਨਾ। ਤੀਜਾ ਬਾਣੀ ਨੂੰ ਸਮਝ ਕੇ ਪੜ੍ਹਨਾ। ਇੱਕ ਸ਼ਬਦ ਪੜ੍ਹਿਆ ਉਹਨੂੰ ਸਮਝ ਲਿਆ ਵੀ ਇਹਦਾ ਮਤਲਬ ਕੀ ਹੈ। ਜੇ ਪਾਤਸ਼ਾਹ ਨੇ ਬਾਣੀ ਅੰਦਰ ਮਹਾਨਤਾ ਦਿੱਤੀ ਹੈ, ਪੂਰਨਤਾ ਦਿੱਤੀ ਹੈ, ਤੋ ਸਮਝ ਕੇ ਬਾਣੀ ਪੜ੍ਹਨ ਨੂੰ ਦਿੱਤੀ ਹੈ। ਜਿਹੜੇ ਇਕੱਲੇ ਪੜ੍ਹਦੇ ਹੀ ਨੇ ਉੱਥੇ ਤੇ ਪਾਤਸ਼ਾਹ ਜੀ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਧੀਏ, ਪੜ੍ਹ ਪੜ੍ਹ ਪੜ੍ਹੀਏ ਸਾਥ। ਕਹਿੰਦੇ ਇਕੱਲਾ ਪੜ੍ਹਨ ਨਾਲ ਨਹੀਂ ਮੁਕਤੀ ਮਿਲਣੀ, ਜੇਤਾ ਪੜ੍ਹਿਆ ਤੇਤਾ ਕੜਿਆ। ਪਾਤਸ਼ਾਹ ਜੀ ਕਹਿੰਦੇ ਇਕੱਲਾ ਪੜ੍ਹਨ ਨਾਲ ਗੱਲ ਨਹੀਂ ਬਣਨੀ ਭਾਈ। ਪੜ੍ਹ ਕੇ ਛੱਡ ਦੇਵੇਂ, ਪੜ੍ਹ ਕੇ ਗਾਂਹ ਤੁਰਿਆ ਜਾਵੇਂ, ਪੜ੍ਹ ਕੇ ਇਹਨੂੰ ਵਿਚਾਰ ਵੀ, ਵਿਚਾਰਨਾ ਬਹੁਤ ਜ਼ਰੂਰੀ ਹੈ। ਗੁਰ ਸ਼ਬਦ ਵਿਚਾਰ। ਜਿੰਨਾ ਚਿਰ ਤੱਕ ਤੂੰ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ, ਤੇਰਾ ਪੜ੍ਹਿਆ ਵੀ ਪ੍ਰਵਾਨ ਨਹੀਂ। ਅੱਜ ਤੱਕ ਸਾਡੇ ਸਿੱਖ ਧਰਮ ਦੀ ਆਪਾਂ ਗੱਲ ਕਰ ਲਈਏ ਤੇ ਪੜ੍ਹਿਆ ਹੀ ਇਹ ਵਿਚਾਰਿਆ ਬੜਾ ਘੱਟ ਹੈ। ਬਹੁਤ ਘੱਟ ਨੇ ਵਿਚਾਰਨ ਵਾਲੇ, ਜ਼ਿਆਦਾ ਪੜ੍ਹਨ ਵਾਲੇ ਹੀ ਨੇ ਬਸ। ਸਾਨੂੰ ਤਾਂ ਸਪੀਕਰ ਲੱਗਾ ਹੋਣਾ ਚਾਹੀਦਾ ਤੜਕੇ 4 ਵਜੇ ਤੱਕ, ਵਿਚਾਰ ਨਾਲ ਕੋਈ ਮਤਲਬ ਨਹੀਂ। ਖੈਰ ਸਤਿਗੁਰੂ ਕਿਰਪਾ ਕਰਨ ਸਾਨੂੰ ਸਮਝ ਲੱਗ ਜਾਵੇ ਗੁਰਮੁਖ ਪਿਆਰਿਓ। ਸਤਿਗੁਰਾਂ ਨੇ ਬਾਣੀ ਅੰਦਰ ਵੀ ਜੇ ਫਰਮਾਨ ਕੀਤਾ, ਸਤਿਗੁਰਾਂ ਨੇ ਸਮਝਾਇਆ ਤੇ ਪੜ੍ਹ ਕੇ ਵਿਚਾਰਨ ਦੀ ਗੱਲ ਕੀਤੀ ਹੈ, ਸਮਝਣ ਦੀ ਗੱਲ ਕੀਤੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਾਜਨ ਮਨ ਆਨੰਦ ਹੈ। ਉਹਨਾਂ ਦੇ ਮਨ ਅੰਦਰ ਆਨੰਦ, ਉਹਨਾਂ ਦੇ ਮਨ ਅੰਦਰ ਖੜਾਊ ਪੈਦਾ ਹੋਣਾ ਹੈ। ਕਿਹਨਾਂ ਦੇ? ਗੁਰ ਕਾ ਸ਼ਬਦ ਵਿਚਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ, ਸਮਝਿਆ ਭਾਵ। ਸਾਜਨ ਮਨ ਆਨੰਦ ਹੈ, ਗੁਰ ਕਾ ਸ਼ਬਦ ਵਿਚਾਰ। ਅੰਤਰ ਸ਼ਬਦ ਵਸਾਇਆ, ਦੁੱਖ ਕੱਟਿਆ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਿਚਾਰਿਆ, ਵਿਚਾਰ ਕੇ ਉਹਨਾਂ ਨੇ ਅੰਦਰ ਵਸਾਇਆ। ਇਹ ਵੀ ਨਹੀਂ ਵੀ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਲਈ ਜਿਵੇਂ ਆਪਾਂ ਹੁਣ ਤੇ ਵਿਚਾਰਦਾ ਕਰਨਾ ਤੇ ਅੰਦਰ ਵਸਾਈਏ ਹੀ ਨਾ। ਇੱਕ ਕੰਨ ਹਾਣੀ ਸੁਣਿਆ, ਦੂਜੇ ਕੰਨ ਹਾਣੀ ਬਾਹਰ। ਉਹਨੂੰ ਲਾਗੂ ਨਾ ਕਰੀਏ ਜੀਵਨ ਵਿੱਚ, ਧਾਰਨ ਨਾ ਕਰੀਏ ਜੀਵਨ ਵਿੱਚ। ਨਹੀਂ, ਜਿਨ੍ਹਾਂ ਨੇ ਸੁਣਿਆ ਸਮਝਿਆ ਤੇ ਮਨ ਅੰਦਰ ਵਸਾਇਆ ਵੀ ਹੈ। ਪਾਤਸ਼ਾਹ ਜੀ ਉਹਨਾਂ ਨੂੰ ਕਹਿੰਦੇ ਨੇ ਅੰਤਰ ਸ਼ਬਦ ਵਸਾਇਆ, ਦੁੱਖ ਕੱਟਿਆ। ਜਿਨ੍ਹਾਂ ਨੇ ਸਮਝਿਆ, ਅੰਦਰ ਵਸਾ ਲਿਆ, ਉਹਨਾਂ ਦੇ ਦੁੱਖ ਕੱਟੇ ਗਏ। ਚਾਨਣ ਕੀਆ ਕਰਤਾਰ, ਉਸ ਕਰਤਾਰ ਮਾਲਕ ਨੇ ਅੰਦਰ ਚਾਨਣ ਕਰ ਦਿੱਤਾ। ਨਾਨਕ ਰੱਖਣ ਹਾਰਾ ਰਖਸੀ, ਆਪਣੀ ਕਿਰਪਾ ਧਾਰ। ਹੈ ਨਾਨਕ, ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮਿਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ। ਕਿਹਨਾਂ ਦੀ? ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣਿਆ, ਗੁਰੂ ਦੇ ਸ਼ਬਦ ਨੂੰ ਸਮਝਿਆ ਔਰ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਜੀਵਨ ਦਾ ਅੰਗ ਬਣਾ ਲਿਆ।
ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਗੁਰਮੁਖ ਪਿਆਰਿਓ। ਇੱਕ ਵਾਰ ਬੀਰਬਲ ਅਕਬਰ ਦੀ ਕਚਹਿਰੀ ਲੱਗੀ ਹੈ ਤੇ ਉੱਥੇ ਨਾ ਇੱਕ ਮੂਰਤੀਆਂ ਵਾਲਾ ਆ ਗਿਆ, ਮੂਰਤੀਆਂ ਲੈ ਕੇ, ਤੇ ਉਹ ਸਾਰਿਆਂ ਰਾਜਾਂ ਦੇ ਵਿੱਚ ਜਾਂਦਾ ਫਿਰਦਾ ਹੈ, ਸਾਰਿਆਂ ਰਾਜਿਆਂ ਕੋਲੇ ਜਾਂਦਾ ਹੈ। ਉਹਨੇ ਮੂਰਤੀਆਂ ਬੜੀਆਂ ਸੋਹਣੀਆਂ ਬਣਾਈਆਂ ਨੇ, ਬੜੀਆਂ ਸੋਹਣੀਆਂ, ਨੱਕ ਨੈਣ ਨਕਸ਼ ਬੜੇ ਸੋਹਣੇ ਬਣਾਏ ਉਹਨੇ। ਤੇ ਰਾਜੇ ਨੂੰ ਜਾ ਕੇ ਕਹਿੰਦਾ, ਰਾਜਨ ਅਕਬਰ ਨੂੰ ਜਾ ਕੇ ਕਹਿੰਦਾ ਮੇਰੀਆਂ 3 ਮੂਰਤੀਆਂ ਨੇ ਤੇ ਇਹਨਾਂ ਤਿੰਨਾਂ ਮੂਰਤੀਆਂ ਵਿੱਚ ਫਰਕ ਹੈ, ਤੇ ਜਿਹੜਾ ਕੋਈ ਫਰਕ ਲੱਭ ਜਾਵੇ, ਜਿਹੜਾ ਕੋਈ ਫਰਕ ਲੱਭ ਦੇਵੇ, ਮੈਂ ਉਹਨੂੰ ਨਮਸਕਾਰ ਕਰਦਾ ਹਾਂ। ਮੈਂ ਇੱਕ ਕਲਾਕਾਰ ਹਾਂ, ਮੇਰੀ ਪਦਵੀ ਬੜੀ ਉੱਚੀ ਹੈ, ਮੈਂ ਉਹਨੂੰ ਨਮਸਕਾਰ ਕਰਦਾ ਹਾਂ। ਤੇ ਜੇ ਇਹਨਾਂ ਮੂਰਤੀਆਂ ਵਿੱਚ ਫਰਕ ਨਾ ਲੱਭੇ ਤੇ ਮੈਂ ਮੂੰਹ ਮੰਗੀ ਧਨ ਦੌਲਤ ਲੈਣਾ, ਮੂੰਹ ਮੰਗੀ। ਰਾਜਾ ਕਹਿੰਦਾ ਕੋਈ ਗੱਲ ਨਹੀਂ, ਮੂਰਤੀਆਂ ਫਰਕ ਲੱਭ ਲੈਂਦੇ ਆ। ਰਾਜਾ ਅਕਬਰ ਕਹਿੰਦਾ ਸਾਨੂੰ ਸਮਾਂ ਦੇ। ਕਿੰਨਾ ਸਮਾਂ ਚਾਹੀਦਾ? ਕਹਿੰਦਾ 3 ਦਿਨ ਦਾ ਸਮਾਂ ਦੇ। 3 ਮੂਰਤੀਆਂ, ਤਿੰਨਾਂ ਦੇ ਵਿੱਚ ਹੀ ਫਰਕ ਲੱਭਣਾ, 3 ਦਿਨ ਦਾ ਸਮਾਂ ਦੇਤਾ। ਰਾਜਾ ਬੀਰਬਲ ਨੂੰ ਕਹਿਣ ਲੱਗਾ, ਬੜਾ ਸਿਆਣਾ ਸੀ ਵਜ਼ੀਰ, ਕਹਿਣ ਲੱਗਾ ਬੀਰਬਲ ਇਹਨਾਂ 3 ਮੂਰਤੀਆਂ ਵਿੱਚ ਫਰਕ ਲੱਭ ਘਰੇ ਲੈ ਜਾ, ਫਰਕ ਲੱਭ ਕੇ ਲੈ ਆਵੀਂ, 3 ਦਿਨ ਦਾ ਸਮਾਂ ਹੀ। ਤੇ ਜੇ ਇਹਨਾਂ 'ਚੋਂ ਫਰਕ ਨਾ ਲੱਭਾ ਤੇ ਤੇਰੀ ਵਜ਼ੀਰੀ ਵੀ ਗਈ ਤੇ ਸਜ਼ਾ ਵੀ ਮਿਲੇਗੀ। ਬੀਰਬਲ ਨੇ ਮੂਰਤੀਆਂ ਚੱਕੀਆਂ, ਘਰੇ ਲੈ ਆਇਆ। ਘਰ ਆਣ ਕੇ ਆਪਣੇ ਘਰ ਵਾਲੀ ਨੂੰ ਦੱਸਿਆ ਵੀ ਰਾਜੇ ਦਾ ਹੁਕਮ ਹੈ, ਇਹਨਾਂ 3 ਮੂਰਤੀਆਂ ਦੇ ਵਿੱਚੋਂ ਫਰਕ ਲੱਭਣਾ। ਜੇ ਫਰਕ ਨਾ ਲੱਭਿਆ ਤੇ ਵਜ਼ੀਰੀ ਵੀ ਗਈ, ਵਜ਼ੀਰ ਸੀ ਨਾ, ਵਜ਼ੀਰੀ ਵੀ ਗਈ ਤੇ ਸਜ਼ਾ ਵੀ ਮਿਲੇਗੀ। ਹੁਣ ਘਰ ਵਾਲੀ ਵੀ ਪਰੇਸ਼ਾਨ ਹੋ ਗਈ, ਫਰਕ ਤਾਂ ਲੱਗਦਾ ਤਾਂ ਹੈ ਨਹੀਂ, ਇੱਕੋ ਜਿਹੀਆਂ ਹੀ ਹੈ। ਚਲੋ ਰਾਤ ਲੰਘ ਗਈ, ਦਿਨ ਵੀ ਲੰਘ ਗਿਆ, ਅਗਲਾ ਦਿਨ ਫੇਰ ਲੰਘ ਗਿਆ, ਤੀਸਰੀ ਰਾਤ ਆ ਗਈ। ਘਰ ਵਾਲੀ ਕਹਿੰਦੀ ਵੀ ਕੱਲ੍ਹ ਨੂੰ ਤੁਸੀਂ ਮੂਰਤੀਆਂ ਰਾਜ ਦਰਬਾਰ ਵਿੱਚ ਲੈ ਕੇ ਜਾਣੀਆਂ ਨੇ ਤੇ ਫਰਕ ਅਜੇ ਤੱਕ ਲੱਭਿਆ ਨਹੀਂ, ਇਹਨਾਂ ਵਿੱਚ ਫਰਕ ਕੀ ਹੈ? ਤੇ ਜੇ ਫਰਕ ਨਾ ਲੱਭਿਆ ਤੇ ਰਾਜੇ ਨੇ ਸਜ਼ਾ ਵੀ ਦੇਣੀ ਹੈ ਤੇ ਵਜ਼ੀਰੀ ਵੀ ਗਈ, ਨੌਕਰੀ ਵੀ ਗਈ। ਬੀਰਬਲ ਨੇ ਸਿਆਲੀ ਦਿਨ ਸੀ, ਸਿਆਲ ਦੇ ਦਿਨ ਧੂਣਾ ਲਾ ਲਿਆ, ਵਿਹੜੇ ਦੇ ਵਿੱਚ ਬੈਠ ਗਿਆ, ਮੂਰਤੀਆਂ ਰੱਖ ਲਈਆਂ ਨੇ ਲਾਗੇ। ਹੁਣ ਮੂਰਤੀਆਂ ਦੇ ਨੱਕ ਵੱਲੇ ਵੇਖਦਾ ਤੇ ਇੱਕੋ ਜਿਹਾ, ਕੰਨਾਂ ਵੱਲੇ ਦੇਖਦਾ ਤਾਂ ਇੱਕੋ ਜਿਹੇ, ਅੱਖਾਂ ਵੱਲ ਦੇਖਦਾ ਤਾਂ ਇੱਕੋ ਜਿਹਾ, ਸਰੀਰ ਵੱਲ ਦੇਖਦਾ ਤੇ ਕੋਈ ਫਰਕ ਹੀ ਨਹੀਂ, ਇੱਕੋ ਜਿਹਾ ਹੀ ਹੈ ਸਾਰਾ ਕੁਝ। ਬੜਾ ਹੈਰਾਨ ਹੋਇਆ, ਪਰੇਸ਼ਾਨ ਹੋਇਆ। ਹੁਣ ਬੀਰਬਲ ਨੇ ਇੱਕ ਤੀਲਾ ਫੜਿਆ, ਗੁਰਮੁਖ ਪਿਆਰਿਓ, ਬੌਕਰ ਦਾ ਤੀਲਾ ਫੜਿਆ, ਇੱਕ ਮੂਰਤੀ ਦੇ ਕੰਨ ਵਿੱਚ ਉਹਨੂੰ ਛੇਕ ਜਾਪਿਆ। ਉਹ ਕੰਨ ਵਿੱਚ ਉਹਨੇ ਤੀਲਾ ਪਾਇਆ ਨਾ, ਜਦੋਂ ਮੂਰਤੀ ਦੇ ਕੰਨ ਵਿੱਚ ਤੀਲਾ ਪਾਇਆ ਤੇ ਉਹ ਤੀਲਾ ਮੂੰਹ ਹਾਣੀ ਨਿਕਲ ਗਿਆ। ਦੂਸਰੀ ਮੂਰਤੀ ਫੜੀਏ, ਉਹਦੇ ਕੰਨ ਵਿੱਚ ਤੀਲਾ ਪਾਇਆ ਉਹਨੇ ਤੇ ਦੂਜੇ ਕੰਨ ਹਾਣੀ ਬਾਹਰ ਚਲੇ ਗਿਆ। ਤੀਸਰੀ ਮੂਰਤੀ ਉਹਨੇ ਫੜੀਏ, ਜਦੋਂ ਉਹਦੇ ਕੰਨ ਵਿੱਚ ਉਹਨੇ ਤੀਲਾ ਪਾਇਆ ਤੇ ਉਹ ਕੰਨ ਅੰਦਰ ਸਮਾ ਗਿਆ, ਤੀਲਾ ਅੰਦਰ ਚਲੇ ਗਿਆ, ਪੇਟ ਵਿੱਚ ਚਲਿਆ ਗਿਆ। ਉਹ ਅਗਲੇ ਦਿਨ ਕਹਿੰਦਾ ਮੂਰਤੀਆਂ ਦਾ ਮੈਨੂੰ ਲੱਭ ਗਿਆ, ਇਹਨਾਂ ਵਿੱਚ ਫਰਕ ਕੀ ਹੈ? ਉਹ ਮੂਰਤੀਆਂ ਚੱਕੀਆਂ, ਰਾਜ ਦਰਬਾਰ ਵਿੱਚ ਚਲੇ ਗਿਆ। ਕਹਿੰਦਾ ਬਾਦਸ਼ਾਹ ਸਲਾਮਤ, ਮੂਰਤੀਆਂ ਦੇ ਵਿੱਚੋਂ ਫਰਕ ਲੱਭ ਗਿਆ ਏ। ਹੁਣ ਮੂਰਤੀਆਂ ਬਣਾਉਣ ਵਾਲੇ ਨੂੰ ਵੀ ਸੱਦ ਲਿਆ, ਮਹਿਫਲ ਲੱਗੀ ਹੈ, ਕਚਹਿਰੀ ਲੱਗੀ ਹੈ, ਬਹੁਤ ਦੁਨੀਆ ਤਮਾਸ਼ਾ ਵੇਖਣ ਵਾਸਤੇ ਇਕੱਠੀ ਹੋ ਗਈ। ਪਿਆ ਜਦ ਲੱਗਦੇ ਆ ਨਾ ਮੂਰਤੀਆਂ ਵਿੱਚ ਫਰਕ ਕੀ ਲੱਭਿਆ ਏ। ਜੇ ਬੀਰਬਲ ਨੇ ਨਾ ਫਰਕ ਲੱਭਿਆ ਤੇ ਇਹਨੂੰ ਸਜ਼ਾ ਵੀ ਮਿਲਣੀ ਹੈ ਤੇ ਵਜ਼ੀਰੀ ਵੀ ਗਈ। ਹੁਣ ਬਹੁਤ ਦੁਨੀਆ ਇਕੱਠੀ ਹੋਈ ਹੈ। ਹੁਕਮ ਹੋਇਆ ਰਾਜੇ ਦਾ, ਕਹਿੰਦਾ ਦੱਸ ਬੀਰਬਲ ਕੀ ਫਰਕ ਲੱਭਿਆ ਏ? ਕਹਿੰਦਾ ਮਹਾਰਾਜ ਇੱਕ ਤੇ ਮੂਰਤੀ ਆ, ਇਹਦੇ ਕੰਨ ਵਿੱਚ, ਇੱਕ ਕੰਨ ਵਿੱਚ ਤੀਲਾ ਪਾਇਆ ਤੇ ਦੂਜੇ ਕੰਨ ਹਾਣੀ ਬਾਹਰ ਚਲੇ ਗਿਆ। ਦੂਸਰੀ ਮੂਰਤੀ ਆ ਏ ਜਿਹਦੇ ਇੱਕ ਕੰਨ ਵਿੱਚ ਤੀਲਾ ਪਾਇਆ ਤੇ ਉਹ ਮੂੰਹ ਹਾਣੀ ਬਾਹਰ ਆ ਗਿਆ। 2
ਤੀਸਰੀ ਮੂਰਤੀ ਕਹਿੰਦਾ ਇਹ ਹੈ ਵੀ ਕੰਨ ਵਿੱਚ ਤੀਲਾ ਪਾਇਆ ਤੇ ਇਹਦੇ ਅੰਦਰ ਸਮਾ ਗਿਆ। ਇਹ ਤਿੰਨ ਮੂਰਤੀਆਂ ਨੇ ਮਹਾਰਾਜ, ਤਿੰਨਾਂ ਦੇ ਵਿੱਚ ਫਰਕ ਹੈ। ਉਹ ਤਿੰਨ ਮੂਰਤੀਆਂ ਗੁਰਮੁਖ ਪਿਆਰਿਓ ਕਿਹੜੀਆਂ ਨੇ? ਸਾਡੇ ਵਿੱਚ ਨੇ ਉਹ ਤਿੰਨ ਮੂਰਤੀਆਂ। ਇੱਕ ਤੇ ਉਹ ਹੁੰਦੀਆਂ ਨੇ ਸਰੀਰ ਦਾ ਕੋਈ ਫਰਕ ਨਹੀਂ ਹੈ, ਕੰਨ ਵੀ ਦੋ ਹੀ ਨੇ, ਅੱਖਾਂ ਵੀ ਦੋ ਹੀ ਹੈ, ਸਰੀਰ ਦੀ ਬਣਤਰ ਵੀ ਉੱਦਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਪਰਮੇਸ਼ਰ ਨੇ ਸਾਰਿਆਂ ਨੂੰ ਦਿੱਤੀ ਹੈ। ਪਰ ਫਰਕ ਕੀ ਹੈ? ਇੱਕ ਕੰਨ ਹਾਣੀ ਗੱਲ ਸੁਣੀ ਹੈ, ਦੂਜੇ ਕੰਨ ਹਾਣੀ ਬਾਹਰ। ਕੋਈ ਅਸਰ ਨਹੀਂ, ਕੋਈ ਫਰਕ ਨਹੀਂ, ਜੋ ਮਰਜ਼ੀ ਕੋਈ ਸੁਣਾਈ ਜਾਵੇ, ਜੋ ਮਰਜ਼ੀ ਅਸੀਂ ਗੁਰੂ ਦੀ ਗੱਲ ਦਾ ਕੋਈ ਅਸਰ ਹੀ ਨਹੀਂ ਹੋਣਾ। ਇੱਕ ਮੂਰਤੀ ਉਹ ਹੈ ਜਿਹਨੇ ਕੰਨ ਹਾਣੀ ਸੁਣੀ ਤੇ ਹੈਗੀ ਹੈ, ਪਰ ਉਹਦੇ ਅਸਰ ਉਹਦੇ 'ਤੇ ਵੀ ਨਹੀਂ ਹੋਣਾ। ਉਹਨੇ ਵੀ ਬੋਲ ਕੇ ਕਹਿ ਦੇਣਾ ਹਾਂ ਜੀ ਇੱਦਾਂ ਹੀ ਕਰਦੇ ਹੁੰਦੇ, ਤੇ ਕਥਾਵਾਚਕ ਪ੍ਰਚਾਰਕ ਗ੍ਰੰਥੀ ਆ, ਸਮਝਣਾ ਅੰਦਰ ਉਹਨੇ ਵੀ ਨਹੀਂ ਸਮਾਉਣਾ, ਬੋਲ ਕੇ ਬਾਹਰ ਕੱਢ ਦੇਣਾ ਹੈ। ਇੱਕ ਮੂਰਤੀ ਉਹ ਵੀ ਹੈਗੀ ਹੈ ਜਿਹਨੇ ਸਤਿਗੁਰਾਂ ਦੀ ਗੱਲ ਸੁਣੀ ਹੈ, ਬਾਣੀ ਸੁਣੀ ਹੈ, ਉਹਨੇ ਆਪਣੇ ਅੰਦਰ ਸਮਾ ਲਈ ਹੈ, ਉਹਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਆਪਣੇ ਜੀਵਨ ਦਾ ਉਹਨੇ ਅੰਗ ਬਣਾ ਲਿਆ। ਇਹ ਤਿੰਨਾਂ ਮੂਰਤੀਆਂ ਦੇ ਵਿੱਚ ਫਰਕ ਹੈ। ਹੁਣ ਗੁਰਮੁਖ ਪਿਆਰਿਓ ਆਪਾਂ ਸਮਝਣਾ ਕਿ ਆਪਾਂ ਕਿਹੜੀਆਂ ਮੂਰਤੀਆਂ ਬਣਨੀਆਂ। ਸਤਿਗੁਰਾਂ ਦੀ ਬਾਣੀ ਸੁਣ ਕੇ ਉਹਨੂੰ ਅੰਦਰ ਸਮਾ ਲਈਏ, ਉਦੋਂ ਆਪਣੇ ਜੀਵਨ ਦਾ ਆਧਾਰ ਬਣਾ ਲਈਏ, ਆਪਣੇ ਜੀਵਨ ਦਾ ਆਸਰਾ ਬਣਾ ਲਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਸਤਿਗੁਰਾਂ ਦੀ ਬਾਣੀ ਸਮਝ ਸੁਣ ਕੇ ਆਪਣਾ ਜੀਵਨ ਸਫਲਾ ਬਣਾਈਏ। ਸੋ ਰਾਤ ਕਾਫੀ ਪਰੇਸ਼ਾਨ ਰਹੇ ਹਾਂ, ਤਕਰੀਬਨ ਸਾਰੀ ਰਾਤ ਇੱਦਾਂ ਲੰਘ ਗਈ। ਪਹਿਲਾਂ 10 ਕੁ ਵਜੇ ਲਾਈਟ ਚਲੇ ਗਈ, 11 ਕੁ ਵਜੇ ਨਾਲ ਆਈ, ਫਿਰ 12 ਕੁ ਵਜੇ ਫਿਰ ਚਲੇ ਗਈ, 2 ਵਜੇ ਫਿਰ ਚਲੇ ਗਈ। ਰਾਤ ਇੱਦਾਂ ਲੰਘ ਗਈ, ਅੰਦਰ ਪੈਨੇ ਤੇ ਗਰਮੀ ਬੜੀ, ਬਾਹਰ ਪੈਨੇ ਤੇ ਮੱਛਰ ਬੜਾ। ਇੱਦਾਂ ਰਾਤ ਜਿਹੜੀ ਬਤੀਤ ਹੋ ਗਈ ਹੈ। ਥੋੜ੍ਹਾ ਜਿਹਾ ਨੀਂਦ, ਕਿਉਂਕਿ ਸੌਣਾ ਨੀਂਦ ਵੀ ਮਨੁੱਖ ਵਾਸਤੇ ਬੜੀ ਜ਼ਰੂਰੀ ਹੈ ਗੁਰਮੁਖ ਪਿਆਰਿਓ। 8 ਘੰਟੇ ਮਨੁੱਖ, ਜਿਸ ਮਨੁੱਖ ਨੂੰ ਨੀਂਦ ਨਹੀਂ ਨਾ ਆਉਂਦੀ, ਜਾਂ ਜਿਹਦੀ ਨੀਂਦ ਪੂਰੀ ਨਹੀਂ ਹੁੰਦੀ, ਜਾਂ ਜਿਹਨੂੰ ਨੀਂਦ ਆ ਨਹੀਂ ਰਹੀ, ਉਹ ਰੋਗੀ ਹੁੰਦਾ ਹੈ। ਰੋਗੀ ਬੰਦੇ ਨੂੰ ਨੀਂਦ ਨਹੀਂ ਆਉਂਦੀ। ਤੇ ਜੇ ਸਰੀਰ ਤੰਦਰੁਸਤ ਹੈ ਤੇ ਉਹਨੂੰ ਨੀਂਦ ਵੀ ਆਉਂਦੀ ਹੈ, ਤੇ ਉਹਦੇ ਵਾਸਤੇ ਸੌਣਾ ਵੀ ਜ਼ਰੂਰੀ ਹੈ। ਇਸ ਕਰਕੇ ਜਿਸ ਤਰ੍ਹਾਂ ਦੀ ਵੀ ਸੇਵਾ ਹੋਈ ਹੋਵੇ ਤੁਸੀਂ ਪ੍ਰਵਾਨ ਕਰ ਲਿਓ। ਆਈਆਂ ਸੰਗਤਾਂ ਦਾ ਧੰਨਵਾਦ, ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।